वाह गुरु वाह वाह गुरु वाह वाह गुरु वाह वाह गुरु वाह वाह। ਅਕਾਲ ਇੰਟਰਨੈਟ ਕੈਫੇ 'ਤੇ ਅੱਜ ਅਸੀਂ ਇੱਕ ਛੋਟੀ ਜਿਹੀ ਕੋਸ਼ਿਸ਼ ਇਸ ਵੀਡੀਓ ਦੇ ਰਾਹੀਂ ਆਪ ਜੀ ਦੇ ਸਾਹਮਣੇ ਰੱਖਣ ਵਾਸਤੇ ਪੇਸ਼ ਹੋਏ ਹਾਂ। ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਿਸ਼ਾ ਇਤਿਹਾਸ ਦਾ ਹੈ ਜੀ। ਇਤਿਹਾਸ ਦੇ ਵਿਸ਼ੇ ਨੂੰ ਪੜਚੋਲਣਾ, ਸਮਝਣਾ, ਸਿੱਖਣਾ ਬੜੀ ਸੂਝਵਾਨਤਾ ਦੀ ਜ਼ਰੂਰਤ ਹੈ। ਇਤਿਹਾਸਕਾਰਾਂ ਨੇ ਇਤਿਹਾਸ ਨੂੰ ਆਪਣੇ ਆਪਣੇ ਢੰਗ ਨਾਲ ਲਿਖਿਆ, ਵਾਚਿਆ, ਸਮਝਿਆ। ਜਿਸ ਤਰ੍ਹਾਂ ਇਤਿਹਾਸ ਕੌਮਾਂ ਬਣਾਉਂਦੀਆਂ ਨੇ, ਕੌਮਾਂ ਇਤਿਹਾਸ ਬਣਾ ਜਾਂਦੀਆਂ, ਉਸ ਨੂੰ ਸਿਰਜਦੇ ਨੇ, ਉਸ ਨੂੰ ਸੰਭਾਲਦੇ ਨੇ ਉਸ ਦੇ ਆਉਣ ਵਾਲੇ ਲੋਕ ਜਿਣਸਾਂ। ਇਸੇ ਤਰ੍ਹਾਂ ਦਾ ਇਤਿਹਾਸ ਸਿੱਖ ਕੌਮ ਦੇ ਵਿੱਚ ਸਿਰਜਿਆ ਗਿਆ ਹੈ, ਜਿਸ ਨੂੰ ਸਿਰਜਣ ਲਈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਹੱਤਵਪੂਰਨ ਵਡਮੁੱਲਾ ਯੋਗਦਾਨ ਹੈ। ਉਹਨਾਂ ਦੇ ਪਦ ਚਿੰਨ੍ਹਾਂ ਨੂੰ ਚਿੰਨ੍ਹਿਤ ਕਰਨ ਵਾਸਤੇ, ਉਹਨਾਂ ਦੇ ਜੀਵਨ ਨੂੰ ਸਹੀ ਅਤੇ ਸਪਸ਼ਟ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਰੱਖਣ ਦੇ ਲਈ ਬੜੇ ਇਤਿਹਾਸਕਾਰ, ਖੋਜਕਾਰ ਆਪਣੇ ਆਪਣੇ ਲੈਵਲ 'ਤੇ ਕੋਸ਼ਿਸ਼ਾਂ ਕਰ ਰਹੇ ਨੇ, ਪਰੰਤੂ ਅਜੇ ਵੀ ਇਸ ਮਾਰਗ ਦੀ ਖੋਜ ਪੂਰੀ ਤਰ੍ਹਾਂ ਨਹੀਂ ਹੋ ਸਕੀ, ਸਪਸ਼ਟ ਨਹੀਂ ਹੋ ਸਕੀ, ਸਹੀ ਨਹੀਂ ਹੋ ਸਕੀ। ਅੱਜ ਇਸੇ ਵਿਸ਼ੇ 'ਤੇ ਗੁਰੂ ਸਾਹਿਬ ਜੀ ਦੇ ਪਦ ਚਿੰਨ੍ਹਾਂ ਨੂੰ ਉਚਾਰਨ ਦੇ ਲਈ ਯਤਨ ਕਰ ਰਹੇ ਸਰਦਾਰ ਅੰਗਰੇਜ਼ ਸਿੰਘ ਜੀ, ਐਡਵੋਕੇਟ ਦੌਲਤਪੁਰਾ ਨੀਵਾਂ ਜੀ, ਆਪ ਜੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਜੀਵਨ, ਉਹਨਾਂ ਦੇ ਸੰਘਰਸ਼, ਉਹਨਾਂ ਦੀ ਸਿੱਖ ਕੌਮ ਨੂੰ ਦੇਣ ਬਾਰੇ ਅਤੇ ਉਹਨਾਂ ਦੇ ਇਤਿਹਾਸਕ ਕਦਮਾਂ ਨੂੰ ਸਮਝਾਉਣ ਵਾਸਤੇ ਆਪ ਜੀ ਨੂੰ ਸੰਬੋਧਿਤ ਹੋਣਗੇ ਜੀ। ਅੱਜ ਅਸੀਂ ਉਹਨਾਂ ਦੇ ਕੋਲ ਬੈਠੇ ਹਾਂ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ। ਉਹਨਾਂ ਦੇ ਨਾਲ ਅਸੀਂ ਇਤਿਹਾਸ ਦਾ ਵਿਸ਼ਾ ਸਾਂਝਾ ਕਰਾਂਗੇ ਜੀ। ਅਕਾਲ ਇੰਟਰਨੈਟ ਕੈਫੇ ਦੀ ਸਾਰੀ ਟੀਮ ਜੋ ਅੱਜ ਦਸ਼ਮੇਸ਼ ਪਿਤਾ ਨਾਲ ਪਿਆਰ ਕਰਦੇ ਹੋਏ ਦਾਸ ਦੇ ਪਾਸ ਪਹੁੰਚੇ ਹਮ। ਦਾਸ ਸਾਰੀ ਟੀਮ ਨੂੰ ਅਤੇ ਸਮੂਹ ਭਾਰਤ ਦੇ ਦੇਸ਼ ਵਾਸੀਆਂ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਸੰਬੋਧਿਤ ਹੁੰਦਾ ਹੈ। ਸਾਧ ਸੰਗਤ ਜੀਓ, ਸਿੱਖ ਜਗਤ ਦੇ ਅੰਦਰ ਇੱਕ ਬਹੁਤ ਹੀ ਪਿਆਰਾ ਦੋਹਰਾ ਹੈ। ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਵਿਰਾਜ ਰਹੀ ਸ਼੍ਰੀ ਅਬਚਲ ਨਗਰ ਮਝਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਧੰਨ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ, ਇਹ ਤੁਰ ਦਰਗਾਹ ਤੋਂ ਹੀ ਗੁਰਤਾ ਗੱਦੀ ਗੁਰੂ ਪਦਵੀ ਨਾਲ ਵਰਸੋਏ ਹੋਏ ਇਸ ਸੰਸਾਰ ਦੇ ਉੱਤੇ ਪ੍ਰਕਾਸ਼ਮਾਨ ਹੋਏ। ਜਦ ਸਾਡੇ ਜ਼ਿਹਨ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਬਾਲਾ ਪ੍ਰੀਤਮ ਦਾ ਨਾਮ ਉੱਭਰਦਾ ਹੈ ਤਾਂ ਮਨ ਬਹੁਤ ਹੀ ਪੁਲਕਿਤ ਹੋ ਜਾਂਦਾ ਹੈ, ਪਿਆਰ ਨਾਲ ਭਰ ਜਾਂਦਾ ਹੈ ਜਦ ਅਸੀਂ ਦਸ਼ਮੇਸ਼ ਪਿਤਾ ਦੇ ਬਾਰੇ ਵਿੱਚ ਗੱਲ ਕਰਦੇ ਹਾਂ। ਅਸੀਂ ਆਪਣੇ ਸੰਬੋਧਨ ਦੇ ਵਿੱਚ ਸਿਰਫ ਦਸ਼ਮੇਸ਼ ਪਿਤਾ ਨੂੰ ਹੀ ਸੰਬੋਧਨ ਕਰਾਂਗੇ, ਇਹੋ ਹੀ ਸ਼ਬਦ ਵਰਤਾਂਗੇ ਉਹਨਾਂ ਵਾਸਤੇ, ਕਿਉਂਕਿ ਇਸ ਤੋਂ ਪਿਆਰਾ ਸ਼ਬਦ ਕੋਈ ਸਾਡੀ ਨਿਗਾਹ ਵਿੱਚ ਹੈ ਹੀ ਨਹੀਂ।
ਸਾਧ ਸੰਗਤ ਜੀਓ, ਦਸ਼ਮੇਸ਼ ਪਿਤਾ ਦੁਨੀਆ ਦੇ ਉਹ ਮਹਾਨ ਮਹਾਂਪੁਰਖ ਹੋਏ ਹਨ ਜਿਨ੍ਹਾਂ ਦੇ ਬਾਰੇ ਵਿੱਚ ਸ਼ਾਇਦ ਸਭ ਤੋਂ ਵੱਧ ਮਹਾਂਪੁਰਖਾਂ ਦੇ ਨਾਲੋਂ ਵੱਧ ਲਿਖਿਆ ਗਿਆ ਹੈ। ਦੁਨੀਆ ਦੇ ਵੱਡੇ ਵੱਡੇ ਮਹਾਂਪੁਰਖਾਂ ਦੇ ਨਾਲੋਂ ਦਸ਼ਮੇਸ਼ ਪਿਤਾ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਲਿਖਿਆ ਗਿਆ ਹੈ, ਪਰ ਕੇਵਲ ਤੇ ਕੇਵਲ ਦਸ਼ਮੇਸ਼ ਪਿਤਾ ਐਸੇ ਮਹਾਂਪੁਰਖ ਹਨ ਜਿਨ੍ਹਾਂ ਦੇ ਬਾਰੇ ਵਿੱਚ ਬਹੁਤ ਕੁਝ ਲਿਖਣਾ ਵੀ ਅਜੇ ਬਾਕੀ ਹੈ, ਬਹੁਤ ਖੋਜ ਵੀ ਅਜੇ ਬਾਕੀ ਹੈ, ਬਹੁਤ ਲੱਭਣਾ ਤੇ ਪ੍ਰਾਪਤੀਆਂ ਵੀ ਅਜੇ ਬਾਕੀ ਹਨ। ਸਾਧ ਸੰਗਤ ਜੀਓ, ਦਸ਼ਮੇਸ਼ ਪਿਤਾ ਪ੍ਰਗਟ ਹੁੰਦੇ ਹਨ ਪਟਨਾ ਸਾਹਿਬ ਦੇ ਅੰਦਰ। ਉਹਨਾਂ ਦਾ ਜੀਵਨ ਖੇਤਰ ਅਨੰਦਪੁਰ ਸਾਹਿਬ ਹੈ, ਪਾਉਂਟਾ ਸਾਹਿਬ ਹੈ, ਹਿਮਾਚਲ ਦੀਆਂ ਪਹਾੜੀਆਂ ਹਨ, ਪੰਜਾਬ ਦੇ ਮਾਲਵੇ ਦਾ ਇਲਾਕਾ ਹੈ, ਔਰ ਉਹਨਾਂ ਦਾ ਅੰਤਮ ਸਮਾਂ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੱਖਣ ਦੀ ਧਰਤੀ ਤੇ ਗੋਦਾਵਰੀ ਦੇ ਕੰਢੇ ਤੇ ਆਉਂਦਾ ਹੈ। ਗੰਗਾ ਨਦੀ ਦੇ ਤਟ ਤੇ ਪ੍ਰਗਟ ਹੋਏ, ਸਤਲੁਜ ਨਦੀ ਤੇ ਪ੍ਰਵਾਨ ਹੋਏ, ਜਮਨਾ ਨਦੀ ਤੇ ਮਹਾਨ ਦਰਬਾਰ ਸਾਜਦੇ ਹੋਏ ਗੋਦਾਵਰੀ ਨਦੀ ਤੇ ਜਾ ਕੇ ਅਕਾਲ ਪੁਰਖ ਦੇ ਵਿੱਚ ਲੀਨ ਹੁੰਦੇ ਹਨ। ਬਹੁਤ ਵਿਚਿੱਤਰ ਜੀਵਨ ਹੈ ਦਸ਼ਮੇਸ਼ ਪਿਤਾ ਦਾ। ਪਿਛਲੇ 9-10 ਸਾਲ ਤੋਂ ਦਾਸ ਨੂੰ ਲਗਨ ਲੱਗੀ ਹੋਈ ਹੈ ਦਸ਼ਮੇਸ਼ ਪਿਤਾ ਤੇ ਖੋਜ ਕਰਨ ਦੀ। ਸਭ ਤੋਂ ਵੱਡਾ ਪ੍ਰਸ਼ਨ ਦਾਸ ਦੇ ਉੱਤੇ ਖੋਜ ਕਰਦੇ ਸਮੇਂ ਇਹ ਆਇਆ ਕਿ ਦਸ਼ਮੇਸ਼ ਪਿਤਾ ਬਾਰੇ ਇੰਨੀ ਖੋਜ ਹੋ ਚੁੱਕੀ ਹੈ, ਤੁਸੀਂ ਹੋਰ ਕੀ ਨਵਾਂ ਖੋਜਣਾ ਚਾਹੁੰਦੇ ਹੋ? ਤਾਂ ਸਾਧ ਸੰਗਤ ਜੀ, ਦਾਸ ਦਾ ਜਵਾਬ ਇਹ ਸੀ ਕਿ ਦਸ਼ਮੇਸ਼ ਪਿਤਾ ਨੂੰ ਪੜ੍ਹ ਕੇ ਤਾਂ ਸਭ ਨੇ ਖੋਜਿਆ ਹੈ, ਤੁਰ ਫਿਰ ਕੇ ਵੀ ਬਹੁਤਿਆਂ ਨੇ ਵਿਦਵਾਨਾਂ ਨੇ ਖੋਜਿਆ ਹੈ, ਪਰ ਉਹਨਾਂ ਦੇ ਕਦਮਾਂ ਤੇ ਚੱਲ ਕੇ ਜਨਮ ਸਮੇਂ ਤੋਂ ਲੈ ਕੇ ਪ੍ਰਗਟ ਹੋਣ ਸਮੇਂ ਤੋਂ ਲੈ ਕੇ ਪਟਨਾ ਸਾਹਿਬ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਉਹਨਾਂ ਦੇ ਕਦਮਾਂ ਤੇ ਚੱਲ ਕੇ ਉਹਨਾਂ ਨੂੰ ਘੱਟ ਹੀ ਕਿਸੇ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਧਰਾਤਲ ਤੇ ਦਸ਼ਮੇਸ਼ ਪਿਤਾ ਦੇ ਬਾਰੇ ਵਿੱਚ ਬਹੁਤ ਘੱਟ ਗੱਲਾਂ ਹੋਈਆਂ ਹਨ, ਬਹੁਤ ਘੱਟ ਖੋਜ ਹੋਈ ਹੈ। ਦਾਸ ਨੇ ਤਕਰੀਬਨ ਪਿਛਲੇ ਸਾਲਾਂ ਦੇ ਵਿੱਚ 9-10 ਸਾਲਾਂ ਦੇ ਵਿੱਚ ਸਾਰੇ ਮਾਰਗ ਦੇ ਉੱਤੇ ਘੱਟੋ ਘੱਟ 4-5 ਯਾਤਰਾਵਾਂ ਕੀਤੀਆਂ ਹਨ ਤੇ ਉਹ ਕੁਝ ਪ੍ਰਾਪਤ ਕੀਤਾ ਹੈ ਕਿ ਅਕਲ ਹੈਰਾਨ ਰਹਿ ਜਾਂਦੀ ਹੈ ਕਿ ਮੇਰੇ ਦਸ਼ਮੇਸ਼ ਪਿਤਾ ਦੇ ਬਾਰੇ ਵਿੱਚ ਇੰਨਾ ਕੁਝ ਲੱਭਣਾ ਬਾਕੀ ਹੈ। ਇਸੇ ਹੀ ਉਦਮ ਨੂੰ ਲੈ ਕੇ, ਇਸੇ ਪ੍ਰਯੋਜਨ ਨੂੰ ਲੈ ਕੇ ਦਾਸ ਪਟਨਾ ਸਾਹਿਬ ਤੋਂ ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੋਇਆ ਪੰਜਾਬ ਨੂੰ ਆਉਂਦਾ ਹੈ। ਉਹਨਾਂ ਦੇ ਹਰ ਦਿਨ ਨੂੰ ਲੱਭਦਾ ਹੈ ਕਿ ਕਿਸ ਦਿਨ ਦਸ਼ਮੇਸ਼ ਪਿਤਾ ਕਿੱਥੇ ਸਨ, ਬਾਲਾ ਪ੍ਰੀਤਮ। ਅਗਲਾ ਪੜਾਅ ਉਹਨਾਂ ਦਾ ਕਿੱਥੇ ਸੀ? ਪਟਨਾ ਸਾਹਿਬ ਤੋਂ ਚੱਲਦੇ ਹਨ, ਦਾਨਾਪੁਰ ਹੈ, ਦਾਨਾਪੁਰ ਤੋਂ ਅੱਗੇ ਚੱਲਦੇ ਹਨ, ਆਰਾ ਹੈ, ਆਰਾ ਸ਼ਹਿਰ ਬਿਹਾਰ ਦੇ ਅੰਦਰ ਹੈ, ਬਕਸਰ ਹੈ, ਬਕਸਰ ਤੋਂ ਅੱਗੇ ਬਨਾਰਸ ਹੈ। ਇਸ ਤਰ੍ਹਾਂ ਹੌਲੀ ਹੌਲੀ ਚੱਲਦਿਆਂ ਪੰਜਾਬ ਨੂੰ ਆਉਂਦੇ ਨੇ ਬਾਲਾ ਪ੍ਰੀਤਮ, ਸਾਡੇ ਦਸ਼ਮੇਸ਼ ਪਿਤਾ। ਇਸ ਮਾਰਗ ਨੂੰ ਪਟਨਾ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਦੇ ਮਾਰਗ ਨੂੰ ਸਾਡੇ ਵਿਦਵਾਨਾਂ ਨੇ
ਉਨੀ ਸ਼ਿੱਦਤ ਨਾਲ ਨਹੀਂ ਖੋਜਿਆ ਜਿੰਨਾ ਚਾਹੀਦਾ ਸੀ। ਅਸਲ ਵਿੱਚ ਦਸ਼ਮੇਸ਼ ਮਾਰਗ ਨੂੰ ਸਾਡੇ ਵਿਦਵਾਨ ਸਮਝਦੇ ਹਨ ਕਿ ਇਹ ਕੇਵਲ ਦਸ਼ਮੇਸ਼ ਪਿਤਾ ਦੀ ਗੁਰਤਾ ਗੱਦੀ ਪ੍ਰਾਪਤ ਕਰਨ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਪਰ ਸਾਡਾ ਮਤ ਇਹ ਹੈ ਕਿ ਦਸ਼ਮੇਸ਼ ਪਿਤਾ ਧੁਰ ਤੋਂ ਹੀ ਗੁਰਤਾ ਲੈ ਕੇ ਆਏ ਹਨ। ਉਹ ਪ੍ਰਕਾਸ਼ ਦੇ ਸਮੇਂ ਹੀ ਗੁਰੂ ਸਨ ਔਰ ਉਹਨਾਂ ਦਾ ਜੋ ਮਾਰਗ ਹੈ ਉਹ ਪਟਨਾ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਔਰ ਹਜ਼ੂਰ ਸਾਹਿਬ ਤੱਕ ਪਹੁੰਚਦਾ ਹੈ। ਅਸੀਂ ਉਸ ਮਾਰਗ ਦੇ ਉੱਤੇ ਚੱਲੇ ਹਾਂ, ਅਸੀਂ ਉਸ ਮਾਰਗ ਨੂੰ ਉਲੀਕਿਆ ਹੈ, ਹਰ ਸਟੈਪ ਦੇ ਉੱਤੇ ਅਸੀਂ ਗਏ ਹਾਂ, ਉਹਨਾਂ ਦੀ ਫੋਟੋਗ੍ਰਾਫੀ ਕੀਤੀ ਹੈ, ਉਹਨਾਂ ਦੀ ਵੀਡੀਓ ਬਣਾਈਆਂ ਹਨ ਔਰ ਉਹ ਅਸੀਂ ਚਲਦੇ ਚਲਦੇ ਬਨਾਰਸ ਦੇ ਵਿੱਚ ਦੀ ਹੋ ਕੇ ਅਯੁੱਧਿਆ, ਮਥੁਰਾ, ਆਗਰਾ, ਇਹਨਾਂ ਰਸਤਿਆਂ ਦੇ ਵਿੱਚ ਦੀ ਹੋ ਕੇ ਅਸੀਂ ਪੰਜਾਬ ਪਹੁੰਚਦੇ ਹਾਂ। ਦਸ਼ਮੇਸ਼ ਪਿਤਾ ਦੀ ਇਹ ਯਾਤਰਾ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ। ਅੱਗੇ ਦਸ਼ਮੇਸ਼ ਪਿਤਾ ਦੀ ਜੀਵਨ ਦੇ ਬੜੇ ਅਨਮੋਲ ਸਾਲ ਤਕਰੀਬਨ 1673 ਤੋਂ ਲੈ ਕੇ 1704-5 ਤੱਕ ਅਨੰਦਪੁਰ ਸਾਹਿਬ ਦੀ ਧਰਤੀ, ਪਾਉਂਟਾ ਸਾਹਿਬ ਦੀ ਧਰਤੀ, ਹਿਮਾਚਲ ਦੀ ਧਰਤੀ ਨੇ ਉਹਨਾਂ ਦੇ ਕਦਮ ਚੁੰਮੇ ਹਨ। ਅਸੀਂ ਉਹ ਯਾਤਰਾਵਾਂ ਵੀ ਆਪ ਜੀ ਨੂੰ ਲੜੀਵਾਰ ਉਹਨਾਂ ਦੇ ਜੀਵਨ ਦੇ ਦਿਨ ਵਾਰ ਅਸੀਂ ਆਪ ਜੀ ਨੂੰ ਉਹਨਾਂ ਯਾਤਰਾਵਾਂ ਦੇ ਦਰਸ਼ਨ ਵੀ ਕਰਾਵਾਂਗੇ। ਅਸੀਂ ਆਪ ਜੀ ਨੂੰ ਦਸ਼ਮੇਸ਼ ਪਿਤਾ ਦੇ ਸੰਬੰਧ ਦੇ ਵਿੱਚ ਦਸ਼ਮੇਸ਼ ਪਿਤਾ ਦੇ ਉੱਪਰ ਜ਼ਬਰਦਸਤੀ ਠੋਸੀਆਂ ਹੋਈਆਂ ਲੜਾਈਆਂ ਦਾ ਜ਼ਿਕਰ ਵੀ ਦੱਸਾਂਗੇ, ਕਰਾਂਗੇ। ਅਸੀਂ ਸਾਹਿਬਜ਼ਾਦਿਆਂ ਦੇ ਬਾਰੇ ਵਿੱਚ ਉਹਨਾਂ ਦੀਆਂ ਲੜਾਈਆਂ, ਉਹਨਾਂ ਦੇ ਜੀਵਨ ਦਾ ਵੀ ਆਪ ਜੀ ਨੂੰ ਬਿਉਰਾ ਦੇਵਾਂਗੇ। ਅਸੀਂ ਸਰਸਾ ਨਦੀ ਤੋਂ ਚੱਲ ਕੇ ਅਸੀਂ ਸਰਹੰਦ ਵੀ ਪਹੁੰਚਾਂਗੇ, ਫਤਿਹਗੜ੍ਹ ਸਾਹਿਬ। ਅਸੀਂ ਅਨੰਦਪੁਰ ਸਾਹਿਬ ਤੋਂ ਚੱਲ ਕੇ ਅਸੀਂ ਮੁਕਤਸਰ ਸਾਹਿਬ ਵੀ ਪਹੁੰਚਾਂਗੇ। ਫਿਰ ਦਮਦਮੇ ਸਾਹਿਬ ਪਹੁੰਚ ਕੇ ਉੱਥੇ ਦਸ਼ਮੇਸ਼ ਪਿਤਾ ਨੇ ਜੋ ਮਾਲਵੇ ਦਾ ਆਲਾ ਦੁਆਲਾ ਗਾਇਆ ਹੈ ਔਰ ਉਹਨੂੰ ਪਵਿੱਤਰ ਕੀਤਾ ਹੈ, ਉੱਥੇ ਚਰਨ ਪਰਸੇ ਨੇ, ਉਹਨਾਂ ਨੂੰ ਵੀ ਅਸੀਂ ਆਪ ਜੀ ਦੇ ਦਰਸ਼ਨ ਕਰਾਵਾਂਗੇ। ਫਿਰ ਮਾਲਵੇ ਤੋਂ ਅੱਗੇ ਦਸ਼ਮੇਸ਼ ਪਿਤਾ ਦਮਦਮੇ ਤੋਂ ਚੱਲਦੇ ਨੇ ਔਰੰਗਜ਼ੇਬ ਨੂੰ ਮਿਲਣ ਲਈ ਦੱਖਣ ਵਿੱਚ। ਅਸੀਂ ਉਸ ਰਸਤੇ ਤੇ ਚੱਲਾਂਗੇ। ਸਾਧ ਸੰਗਤ ਜੀ, ਬੜੇ ਭੁਲੇਖੇ ਹਨ ਇਸ ਯਾਤਰਾ ਦੇ ਵਿੱਚ, ਦਮਦਮਾ ਸਾਹਿਬ ਤੋਂ ਲੈ ਕੇ ਹਜ਼ੂਰ ਸਾਹਿਬ ਦੀ ਯਾਤਰਾ ਵਿੱਚ। ਇਸ ਨੂੰ ਸਾਡੇ ਵਿਦਵਾਨਾਂ ਨੇ ਇੱਕ ਯਾਤਰਾ ਦਿਖਾਇਆ ਹੈ, ਜਦ ਕਿ ਯਾਤਰਾਵਾਂ ਦੋ ਹਨ ਰਾਜਸਥਾਨ ਦੀਆਂ। ਦੋ ਯਾਤਰਾਵਾਂ ਹਨ ਦਸ਼ਮੇਸ਼ ਪਿਤਾ ਦੀਆਂ। ਦਸ਼ਮੇਸ਼ ਪਿਤਾ ਦਮਦਮਾ ਸਾਹਿਬ ਤੋਂ ਚੱਲਦੇ ਹਨ, ਦਮਦਮਾ ਸਾਹਿਬ ਤੋਂ ਔਰੰਗਜ਼ੇਬ ਨੂੰ ਮਿਲਣ ਲਈ ਚਲਦਿਆਂ ਜਿਸ ਤਰ੍ਹਾਂ ਸੈਨਾਪਤੀ ਨੇ ਲਿਖਿਆ ਹੈ, ਬਹੁਤ ਰਾਜਿਆਂ ਨੂੰ ਮਿਲਦਿਆਂ ਹੋਇਆਂ ਔਰ ਬਹੁਤ ਹੀ ਰਾਣਿਆਂ ਨੂੰ ਮਿਲ ਕੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ, ਗੁਰੂ ਨਾਨਕ ਦੇ ਮਤ ਦਾ ਪ੍ਰਚਾਰ ਕਰਦਿਆਂ ਹੋਇਆਂ ਰਾਜਸਥਾਨ 'ਚ ਇੱਕ ਐਸੇ ਸਥਾਨ ਤੇ ਪਹੁੰਚ ਜਾਂਦੇ ਹਨ ਜਿੱਥੇ ਅੱਗੇ ਰਸਤਾ ਬੰਦ ਹੋ ਜਾਂਦਾ ਹੈ। ਬੜੀ ਵੱਡੀ ਇਤਿਹਾਸਕ ਘਟਨਾ ਹੈ ਔਰ ਇਹ ਬਿੰਦੂ ਹੈ ਕਿ ਦਸ਼ਮੇਸ਼ ਪਿਤਾ ਰਾਜਸਥਾਨ ਵਿੱਚ ਜਾ ਰਹੇ ਹਨ ਤੇ ਚਲਦਿਆਂ ਅੱਗੇ ਰਸਤਾ ਬੰਦ ਹੋ ਜਾਂਦਾ ਹੈ। ਸੈਨਾਪਤੀ ਲਿਖਦੇ ਹਨ ਕਿ ਉੱਥੋਂ ਦਸ਼ਮੇਸ਼ ਪਿਤਾ ਦੂਸਰੇ ਪਾਸੇ ਨੂੰ ਪਾਸਾ ਵਟ ਲੈਂਦੇ ਹਨ, ਭਾਵ ਤਰਾਤਲ ਦੇ ਉੱਤੇ ਦਸ਼ਮੇਸ਼ ਪਿਤਾ ਦੱਖਣ ਨੂੰ ਜਾਂਦਿਆਂ ਅੱਗੇ ਰਸਤਾ ਬੰਦ ਹੋਣ ਤੇ ਪੂਰਬ ਨੂੰ ਹੋ ਜਾਂਦੇ। ਹੁਣ ਰਸਤਾ ਬੰਦ ਕਿੱਥੇ ਹੁੰਦਾ?
ਇਹ ਵੀ ਅਸੀਂ ਆਪ ਜੀ ਨੂੰ ਦੱਸਾਂਗੇ। ਰਸਤੇ ਵਿੱਚ ਦੋ ਚੀਜ਼ਾਂ ਆਉਂਦੀਆਂ ਨੇ ਦਸ਼ਮੇਸ਼ ਪਿਤਾ ਦੇ ਰਸਤੇ ਵਿੱਚ। ਨੰਬਰ 1 ਤੇ ਅਰਾਵਲੀ ਪਰਬਤ, ਨੰਬਰ 2 ਦੇ ਉੱਤੇ ਸਾਂਬਰ ਝੀਲ। ਰਾਜਸਥਾਨ ਦੇ ਅੰਦਰ ਬੜੀ ਮਸ਼ਹੂਰ ਝੀਲ ਹੈ, ਨੂਣ ਦੀ, ਨਮਕ ਦੀ, ਸਾਂਬਰ ਝੀਲ। ਇਹ ਜਦੋਂ ਸਾਹਮਣੇ ਆ ਜਾਂਦੇ ਦਸ਼ਮੇਸ਼ ਪਿਤਾ ਦੇ, ਰਸਤਾ ਬੰਦ ਹੋ ਜਾਂਦਾ, ਦਸ਼ਮੇਸ਼ ਪਿਤਾ ਪੂਰਬ ਨੂੰ ਹੋ ਜਾਂਦੇ। ਚਲਦਿਆਂ ਚਲਦਿਆਂ ਅੱਗੇ ਇੱਕ ਘਾਟੀ ਆਉਂਦੀ ਹੈ ਅਲਵਰ ਤੋਂ ਪਹਿਲਾਂ, ਜਦੋਂ ਸਤਿਗੁਰੂ ਅਲਵਰ ਨਹੀਂ ਪਹੁੰਚਦੇ ਉਦੋਂ ਪਹਿਲਾਂ ਘਾਟੀ ਆਉਂਦੀ ਹੈ ਅਰਾਵਲੀ ਦੇ ਪਰਬਤਾਂ ਦੇ ਵਿੱਚ। ਉੱਥੋਂ ਇੱਕ ਡਾਕੀਆ ਮਿਲਦਾ ਸਤਿਗੁਰਾਂ ਨੂੰ, ਹਰਕਾਰਾ ਮਿਲਦਾ ਔਰੰਗਜ਼ੇਬ ਦਾ, ਜਿਹਨੂੰ ਆਪਾਂ ਕਹਿ ਦਈਏ ਵੀ ਚਿੱਠੀ ਰਸਾਇਣ ਮਿਲਦਾ ਹੈ, ਰਸਾਲਾ ਕਹਿੰਦੇ ਉਹਨੂੰ। ਉੱਥੋਂ ਪਤਾ ਲੱਗਦਾ ਵੀ ਔਰੰਗਜ਼ੇਬ ਮਰ ਗਿਆ, ਔਰੰਗਜ਼ੇਬ ਮਰ ਗਿਆ। ਫਿਰ ਦਸ਼ਮੇਸ਼ ਪਿਤਾ ਉੱਥੇ ਇਹ ਨਿਰਣਾ ਲੈਂਦੇ ਵੀ ਆਪਾਂ ਹੁਣ ਕੀ ਕਰਨ ਜਾਣਾ ਦੱਖਣ ਨੂੰ, ਕਿਉਂਕਿ ਜਾਣਾ ਤਾਂ ਔਰੰਗਜ਼ੇਬ ਨੂੰ ਮਿਲਣ ਸੀ। ਕਿਉਂਕਿ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮੈਂ ਤਾਂ ਚੱਲ ਨਹੀਂ ਸਕਦਾ, ਤੁਸੀਂ ਆ ਕੇ ਮਿਲੋ। ਦਸ਼ਮੇਸ਼ ਪਿਤਾ ਤਾਂ ਜਾ ਰਹੇ ਸਨ। ਜਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਔਰੰਗਜ਼ੇਬ ਮਰ ਗਿਆ, ਉੱਥੋਂ ਫਿਰ ਮੇਰੇ ਸਤਿਗੁਰੂ ਅੱਗੇ ਜਾਂਦੇ ਆ। ਅੱਗੇ ਇੱਕ ਬਗੌਰ ਸ਼ਹਿਰ ਆਉਂਦਾ ਹੈ, ਬਗੌਰ ਸ਼ਹਿਰ ਦੇ ਵਿੱਚ ਸਤਿਗੁਰੂ ਰੁਕਦੇ ਨੇ। ਉੱਥੇ ਬਗੌਰ ਦੇ ਰਾਣੇ ਨਾਲ ਉਹਨਾਂ ਦਾ ਯੁੱਧ ਹੁੰਦਾ ਹੈ। ਯੁੱਧ ਤੋਂ ਬਾਅਦ ਫਿਰ ਮੇਰੇ ਸਤਿਗੁਰੂ ਬਹਾਦਰ ਸ਼ਾਹ ਦੀ ਮਦਦ ਕਰਨ ਵਾਸਤੇ, ਹੁਣ ਬਹਾਦਰ ਸ਼ਾਹ ਕਿਉਂ ਆਇਆ, ਕਿਵੇਂ ਆਇਆ, ਕਿਹਨੂੰ ਭੇਜਿਆ, ਦਸ਼ਮੇਸ਼ ਪਿਤਾ ਨੇ ਕੀ ਸ਼ਰਤਾਂ ਰੱਖੀਆਂ, ਕੀ ਮੰਗਾਂ ਰੱਖੀਆਂ, ਇਹਦੇ ਬਾਰੇ ਵੀ ਅਸੀਂ ਆਪ ਜੀ ਨੂੰ ਸਾਰਾ ਵੇਰਵਾ ਦੱਸਾਂਗੇ। ਉਸ ਤੋਂ ਅੱਗੇ ਬਗੌਰ ਤੋਂ ਬਾਅਦ ਦਸ਼ਮੇਸ਼ ਪਿਤਾ ਸਿੱਧਾ ਦਿੱਲੀ ਨੂੰ ਚਲੇ ਜਾਂਦੇ। ਬਹਾਦਰ ਸ਼ਾਹ ਦਿੱਲੀ ਨੂੰ ਲੰਘ ਕੇ ਆਗਰੇ ਨੂੰ ਚਲਾ ਜਾਂਦਾ ਤੇ ਆਗਰੇ ਨੂੰ ਲੰਘ ਕੇ ਅੱਗੇ ਜੱਜੋ ਚਲਾ ਜਾਂਦਾ, ਜਿੱਥੇ ਉਸਦੀ ਉਹਦੇ ਭਰਾ ਤਾਰਾ ਆਜ਼ਮ ਨਾਲ ਲੜਾਈ ਹੁੰਦੀ ਹੈ। ਦਸ਼ਮੇਸ਼ ਪਿਤਾ ਦਿੱਲੀ ਨੂੰ ਚਲੇ ਜਾਂਦੇ ਔਰ ਬਹਾਦਰ ਸ਼ਾਹ ਦੀ ਮਦਦ ਦੇ ਵਾਸਤੇ ਭਾਈ ਧਰਮ ਸਿੰਘ ਜੀ ਨੂੰ ਭੇਜਦੇ ਆ। ਇਹ ਸਾਰੀਆਂ ਘਟਨਾਵਾਂ ਅਸੀਂ ਤੁਹਾਨੂੰ ਧਰਾਤਲ ਤੇ ਦਿਖਾਵਾਂਗੇ, ਧਰਾਤਲ ਤੇ ਵੇਰਵੇ ਦੇਵਾਂਗੇ। ਔਰ ਉਸ ਤੋਂ ਅੱਗੇ ਜੱਜੋਂ ਦੀ ਲੜਾਈ ਜਿੱਤੀ ਜਾਂਦੀ ਹੈ, ਦਸ਼ਮੇਸ਼ ਪਿਤਾ ਦੇ ਤੀਰ ਦੇ ਨਾਲ ਤਾਰਾ ਆਜ਼ਮ ਮਾਰਿਆ ਜਾਂਦਾ, ਬਹਾਦਰ ਸ਼ਾਹ ਆਗਰੇ ਆ ਜਾਂਦਾ, ਦਸ਼ਮੇਸ਼ ਪਿਤਾ ਨੂੰ ਬੇਨਤੀ ਕਰਦਾ ਹੈ, ਦਸ਼ਮੇਸ਼ ਪਿਤਾ ਆਗਰੇ ਪਹੁੰਚਦੇ ਹੈ। ਇਹ ਵੀ ਸਾਰੀ ਘਟਨਾ ਅਸੀਂ ਧਰਾਤਲ ਤੇ ਚੱਲ ਕੇ ਤੁਹਾਨੂੰ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਮਗਰ ਮਗਰ ਚੱਲ ਕੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ। ਬਹਾਦਰ ਸ਼ਾਹ ਨਾਲ ਮੁਲਾਕਾਤ ਹੁੰਦੀ ਹੈ, ਸਤਿਗੁਰੂ ਕਾਫੀ ਸਮਾਂ ਉੱਥੇ ਆਗਰੇ 'ਚ ਰਹਿੰਦੇ ਨੇ। ਉਸ ਤੋਂ ਬਾਅਦ ਬਹਾਦਰ ਸ਼ਾਹ ਸਤਿਗੁਰਾਂ ਨੂੰ ਨਾਲ ਲੈ ਕੇ ਦੱਖਣ ਨੂੰ ਚੱਲਦਾ ਹੈ। ਕਿਉਂ ਚੱਲਦਾ ਹੈ, ਕੀ ਕਾਰਨ ਹੈ, ਕੀ ਗੱਲਬਾਤ ਹੋਈ, ਇਹਦੇ ਵੇਰਵੇ ਵੀ ਅਸੀਂ ਆਪ ਜੀ ਨੂੰ ਬੜੇ ਵਿਸਥਾਰ ਨਾਲ ਦੇਵਾਂਗੇ। ਜਦ ਦੱਖਣ ਨਾਲ ਜਾਂਦੇ ਹਨ ਬਹਾਦਰ ਸ਼ਾਹ ਨੂੰ ਨਾਲ, ਫਿਰ ਅੱਗੇ ਅਜਮੇਰ ਪਹੁੰਚ ਕੇ ਬਹਾਦਰ ਸ਼ਾਹ ਜੋਧਪੁਰ ਨੂੰ ਚਲਾ ਜਾਂਦਾ। ਬੜੀ ਵੱਡੀ ਗੱਲ ਹੈ ਇੱਥੇ। ਜੋਧਪੁਰ ਦੇ ਰਾਜੇ ਨੇ ਬਗਾਵਤ ਕਰ ਦਿੱਤੀ, ਰਾਜਾ ਅਜੀਤ ਸਿੰਘ ਨੇ। ਦਸ਼ਮੇਸ਼ ਪਿਤਾ ਨੂੰ ਬਹਾਦਰ ਸ਼ਾਹ ਕਹਿੰਦਾ ਕਿ ਜੀ ਮੇਰੇ ਨਾਲ ਚਲੋ, ਜੋਧਪੁਰ ਦੇ ਰਾਜੇ ਨੇ ਬਗਾਵਤ ਕਰ ਦਿੱਤੀ। ਤਾਂ ਦਸ਼ਮੇਸ਼ ਪਿਤਾ ਠੋਕ ਕੇ ਜਵਾਬ ਦਿੰਦੇ ਆ, ਕਹਿੰਦੇ ਬਹਾਦਰ ਸ਼ਾਹ ਤੇਰੇ ਭਰਾਵਾਂ ਦੀ ਜੰਗ ਵਿੱਚ ਅਸੀਂ ਤੈਨੂੰ ਰਾਜ ਦਿਵਾਉਣ ਵਾਸਤੇ ਤੇਰੀ ਮਦਦ ਕੀਤੀ ਹੈ, ਪਰ ਸਾਡਾ ਹਿੰਦੂ ਰਾਜੇ ਨਾਲ ਕੋਈ ਵੈਰ ਵਿਰੋਧ ਨਹੀਂ। ਅਸੀਂ ਉਧਰ ਜੋਧਪੁਰ ਅਸੀਂ ਨਹੀਂ ਜਾਣਾ, ਤੇਰੀ ਮਦਦ ਅਸੀਂ ਨਹੀਂ ਕਰਨੀ। ਦਸ਼ਮੇਸ਼ ਪਿਤਾ ਅਜਮੇਰ ਰੁਕ ਜਾਂਦੇ ਆ, ਉਹ ਅਜਮੇਰ ਤੋਂ ਜੋਧਪੁਰ ਨੂੰ ਚਲਾ ਜਾਂਦਾ। ਉਹ ਜੋਧਪੁਰ ਤੋਂ ਕਾਬੂ ਕਰਕੇ ਫਿਰ ਦੱਖਣ ਨੂੰ ਚੱਲ ਪੈਂਦਾ ਔਰ ਦੱਖਣ ਨੂੰ ਚਲਦਿਆਂ ਚਲਦਿਆਂ ਬਰਹਾਨਪੁਰ ਦੇ ਨੇੜੇ ਤੇੜੇ ਫਿਰ ਮਿਲ ਜਾਂਦੇ ਨੇ। ਉੱਥੇ ਸਤਿਗੁਰੂ ਫਿਰ ਬੰਦੇ ਨੂੰ ਕਹਿੰਦੇ, ਬਹਾਦਰ ਸ਼ਾਹ ਨੂੰ ਕਹਿੰਦੇ ਕਿ ਬਹਾਦਰ ਸ਼ਾਹ ਤੇਰੇ ਨਾਲ ਸਾਡਾ ਵਾਅਦਾ ਸੀ, ਤੂੰ ਸਾਡੇ ਇਹ ਜਿਹੜੇ ਅਸੀਂ ਤੈਨੂੰ 17 ਮੰਗਾਂ ਮੰਗੀਆਂ ਸੀ ਤੇ ਤੂੰ ਮੰਨੀਆਂ ਸੀ, ਜਾਂ ਤਾਂ ਸਾਡਾ ਉਹ ਕੰਮ ਕਰ ਦੇ, ਵਜ਼ੀਰ ਖਾਨ ਸਾਡੇ ਹਵਾਲੇ ਕਰ ਦੇ, ਨੰਦ ਔਰ ਉਹ ਸੁੱਚਾ ਨੰਦ ਸਾਡੇ ਹਵਾਲੇ ਕਰ ਦੇ, ਹੋਰ ਬੰਦਿਆਂ ਨੂੰ
ਤੂੰ ਅਜੇ ਤੱਕ ਮੰਨੀਆਂ ਨਹੀਂ, ਸਾਲ ਹੋ ਗਿਆ, ਤੇਰਾ ਵਾਅਦਾ ਪੂਰਾ ਹੋ ਗਿਆ, ਜਾਂ ਤਾਂ ਤੂੰ ਕਰਦੇ, ਨਹੀਂ ਤਾਂ ਅਸੀਂ ਆਪਦੇ ਬੰਦੇ ਤੋਂ ਕਰਾ ਲਾਂਗੇ। ਔਰ ਉੱਥੋਂ ਬਹਾਦਰ ਸ਼ਾਹ ਫਿਰ ਮਿੰਨਤ ਕਰਦਾ, ਜੀ ਕੋਈ ਗੱਲ ਨਹੀਂ, ਆਪਾਂ ਅੱਗੇ ਚੱਲਦੇ ਹਾਂ, ਮੈਨੂੰ ਥੋੜਾ ਜਿਹਾ ਹੋਰ ਟਾਈਮ ਦੇ ਦਿਓ। ਤਾਂ ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਚੱਲ। ਸਤਿਗੁਰੂ ਹਜ਼ੂਰ ਸਾਹਿਬ ਪਹੁੰਚਦੇ ਨੇ, ਬੰਦਾ ਹੈਦਰਾਬਾਦ ਟੱਪ ਕੇ ਅੱਗੇ ਗੋਲਕੁੰਡੇ ਨੂੰ ਚਲਿਆ ਜਾਂਦਾ। ਇਹ ਵੀ ਆਪ ਜੀ ਨੂੰ ਅਸੀਂ ਸਤਿਗੁਰਾਂ ਦੇ ਮਗਰ ਮਗਰ ਚੱਲ ਕੇ ਉਹਨਾਂ ਦੇ ਚਰਨਾਂ ਦੇ ਦਰਸ਼ਨ ਕਰਾਵਾਂਗੇ। ਬੰਦੇ ਬਹਾਦਰ ਦੇ ਨਾਲ ਸਤਿਗੁਰਾਂ ਦਾ ਮੇਲ ਹੁੰਦਾ। ਸਤਿਗੁਰੂ ਬੰਦੇ ਬਹਾਦਰ ਨੂੰ ਸਾਜਦੇ ਨੇ, ਅੰਮ੍ਰਿਤ ਛਕਾਉਂਦੇ ਨੇ, ਸਿੰਘ ਸਜਾਉਂਦੇ ਨੇ, ਔਰ ਖਾਸ ਤੌਰ ਤੇ ਹਦਾਇਤ ਕਰਦੇ ਹੈ ਕਿ ਤੂੰ ਪੰਜਾਬ ਨੂੰ ਜਾ ਤੇ ਇਸ ਮੁਗਲਿਆ ਜ਼ੁਲਮੀ ਹਕੂਮਤ ਦੀ ਜੜ੍ਹਾਂ ਪੱਟ ਦੇ। ਔਰ ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਦਸ਼ਮੇਸ਼ ਪਿਤਾ ਨੇ ਇਹ ਹੁਕਮ ਦਿੱਤਾ ਹੈ ਕਿ ਤੂੰ ਮੇਰਾ ਬੰਦਾ ਹੈ ਤਾਂ ਤੂੰ ਸਰਹੰਦ ਦੀ ਇੱਟ ਵਜਾਉਣੀ ਹੈ, ਸਰਹੰਦ ਦੀਆਂ ਜੜ੍ਹਾਂ ਪੱਟ ਦੇਣੀਆਂ, ਸਰਹੰਦ ਨਹੀਂ ਛੱਡਣੀ। ਉਹ ਕਿਉਂ? ਉਹਦੇ ਅੰਦਰ ਦਸ਼ਮੇਸ਼ ਪਿਤਾ ਦੇ ਅੰਦਰ ਜੋ ਵਰਵਲੇ ਸੀ ਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ, ਉਹਦੇ ਵੀ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ। ਮੇਰੇ ਦਸ਼ਮੇਸ਼ ਪਿਤਾ ਪੱਥਰ ਨਹੀਂ ਸੀਗੇ, ਮੇਰੇ ਦਸ਼ਮੇਸ਼ ਪਿਤਾ ਬੜੇ ਪਿਆਰੇ ਪਿਤਾ ਸੀ। ਮੇਰੇ ਦਸ਼ਮੇਸ਼ ਪਿਤਾ ਸਭ ਤੋਂ ਵੱਧ ਜ਼ੁਲਮ ਹੋਇਆ, ਇਸ ਨੂੰ ਕਹਿੰਦੇ ਸੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ, ਜਿਨ੍ਹਾਂ ਦਾ ਕੋਈ ਵਿਚਾਰਿਆਂ ਦਾ ਗੁਨਾਹ ਹੀ ਕੋਈ ਨਹੀਂ ਸੀ, ਜਿਨ੍ਹਾਂ ਨੂੰ ਕੁਰਾਨ ਸ਼ਰੀਫ ਵੀ ਸਜ਼ਾ ਨਹੀਂ ਦਿੰਦਾ ਸੀ। ਔਰ ਤੂੰ ਬੰਦੇ ਬਹਾਦਰ ਸਰਹੰਦ ਦੀ ਇੱਟ ਨਾਲ ਇੱਟ ਵਜਾ ਦੇਣੀ ਹੈ, ਸਰਹੰਦ ਨਹੀਂ ਛੱਡਣੀ। ਇਹ ਦਸ਼ਮੇਸ਼ ਪਿਤਾ ਦਾ ਖਾਸ ਆਦੇਸ਼ ਸੀ। ਔਰ ਨਾਲ ਇਹ ਵੀ ਆਦੇਸ਼ ਸੀ ਕਿ ਸਰਹੰਦ ਤੇ ਹਮਲਾ ਉਦੋਂ ਕਰਨਾ ਹੈ ਜਦੋਂ ਤੂੰ ਪੂਰੀ ਤਰ੍ਹਾਂ ਤਿਆਰ ਹੋ ਜਾਵੇਂ, ਕੱਚਾ ਹਮਲਾ ਨਾ ਕਰ ਦੇਵੀਂ ਕਿਤੇ। ਸੋ ਸਾਧ ਸੰਗਤ ਜੀ, ਇਹ ਸਾਰੀਆਂ ਗੱਲਾਂ, ਇਹ ਸਾਰੀ ਯਾਤਰਾ ਅਸੀਂ ਆਪ ਜੀ ਨੂੰ ਦਿਖਾਵਾਂਗੇ ਵੀਡੀਓ ਰਾਹੀਂ, ਕੈਮਰਿਆਂ ਰਾਹੀਂ। ਅਸੀਂ ਉਹਨਾਂ ਗੁਰਦੁਆਰੇ ਸਾਹਿਬਾਨਾਂ ਦੇ ਦਰਸ਼ਨ ਵੀ ਕਰਾਵਾਂਗੇ ਜਿਹੜੇ ਪੁਰਾਣੀ ਹਾਲਤ ਵਿੱਚ ਸੀ ਤੇ ਜਿਹੜੇ ਅੱਜ ਦੀ ਹਾਲਤ ਵਿੱਚ। ਮਿਸਾਲ ਦੇ ਤੌਰ ਤੇ ਪਟਨਾ ਸਾਹਿਬ ਹੈ, ਦਸ਼ਮੇਸ਼ ਪਿਤਾ ਪ੍ਰਕਾਸ਼ ਹੋਇਆ। ਪਟਨੇ ਸਾਹਿਬ ਦੇ ਅੱਜ 5 ਮੰਜ਼ਿਲਾ ਗੁਰਦੁਆਰਾ ਸਾਹਿਬ ਨੂੰ ਬਣਨੇ ਵਾਸਤੇ, ਸ਼੍ਰੀ ਹਰਮੰਦਰ ਜੀ ਤਖਤ ਸਾਹਿਬ ਵਾਸਤੇ ਇਸ ਨੇ ਵੀ 5 ਵਾਰੀ ਆਪਣਾ ਰੂਪ ਬਦਲਿਆ ਹੈ। ਸਾਧ ਸੰਗਤ ਜੀ, 5ਵੀਂ ਵਾਰੀ ਰੂਪ ਬਦਲ ਕੇ ਅੱਜ ਦਾ ਰੂਪ ਧਾਰਨ ਕੀਤਾ। ਇਹ ਵੀ ਅਸੀਂ ਆਪ ਜੀ ਨੂੰ ਦਿਖਾਵਾਂਗੇ। ਸੋ ਸਾਧ ਸੰਗਤ ਜੀ, ਇਹ ਸਾਡਾ ਦਸ਼ਮੇਸ਼ ਪਿਤਾ ਦਾ ਅੰਤਮ ਸਮਾਂ ਹਜ਼ੂਰ ਸਾਹਿਬ ਤੱਕ ਸਮਾਪਤ ਹੁੰਦਾ ਹੈ। ਇੱਥੋਂ ਸਤਿਗੁਰੂ ਸੱਚਖੰਡ ਨੂੰ ਜਾਂਦੇ ਆ, ਅਸੀਂ ਇੱਥੋਂ ਤੱਕ ਦੀ ਯਾਤਰਾ ਆਪ ਜੀ ਨੂੰ ਦਿਖਾਵਾਂਗੇ। ਸਾਡੀ ਆਪ ਜੀ ਨੂੰ ਸਿਮਰ ਬੇਨਤੀ ਹੈ, ਸਾਡੀ ਅਕਾਲ ਇੰਟਰਨੈਟ ਕੈਫੇ ਚੈਨਲ ਨੂੰ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ, ਸਾਨੂੰ ਆਪਣੇ ਨਾਲ ਜੋੜੀ ਰੱਖੋ, ਆਪਾਂ ਸੰਗਤਾਂ ਨੂੰ ਆਪਣੇ ਨਾਲ ਜੋੜੀ ਰੱਖੀਏ, ਤਾਂ ਆਪਾਂ ਦਸ਼ਮੇਸ਼ ਪਿਤਾ ਦੇ ਚਰਨਾਂ ਤੇ ਚੱਲ ਕੇ ਉਹਨਾਂ ਨੂੰ ਆਪਾਂ ਉਹਨਾਂ ਦੀ ਸੇਵਾ ਕਰ ਸਕੀਏ। ਕੁਛ ਨਾ ਕੁਛ ਤਾਂ ਆਪਾਂ ਉਹਨਾਂ ਦੇ ਜੀਵਨ ਬਾਰੇ ਸੰਗਤ ਨੂੰ ਚਾਨਣਾ ਪਾ ਸਕੀਏ ਕਿ ਦਸ਼ਮੇਸ਼ ਪਿਤਾ ਸੀ ਕੀ। ਆਓ ਆਪਾਂ ਸਾਰੇ ਰਲ ਕੇ ਹੰਬਲਾ ਮਾਰ ਗਏ। ਸਾਨੂੰ ਤੁਹਾਡੀ ਬਹੁਤ ਲੋੜ ਹੈ, ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ, ਸਾਨੂੰ ਤੁਹਾਡੇ ਸਾਥ ਦੀ ਲੋੜ ਹੈ, ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ, ਤੇ ਸਾਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ। ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਸਾਨੂੰ ਆਸ਼ੀਰਵਾਦ ਦਿਓ, ਤੁਸੀਂ ਸਾਨੂੰ ਸਹਿਯੋਗ ਦਿਓ। ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ, ਵੱਧ ਤੋਂ ਵੱਧ ਸੰਗਤ ਤੱਕ ਫੈਲਾਓ। ਅਗਲੀ ਵਾਰੀ ਆਉਣ ਵਾਲੇ ਐਪੀਸੋਡ ਦੇ ਵਿੱਚ ਅਸੀਂ ਆਪ ਜੀ ਨੂੰ ਪਹਿਲਾਂ ਦਰਸ਼ਨ ਕਰਾਵਾਂਗੇ ਕਿ ਮੇਰੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਬਨਾਰਸ ਤੋਂ ਪਟਨਾ ਸਾਹਿਬ ਕਿਸ ਰਸਤੇ ਤੇ ਜਾਂਦੇ ਹਨ, ਕਿਉਂਕਿ ਇਤਿਹਾਸ ਵਿੱਚ ਸਾਡੇ ਸਾਧ ਸੰਗਤ ਜੀ ਬੜੀਆਂ ਗੁੰਝਲਾਂ ਹਨ। ਸਿੱਖ ਇਤਿਹਾਸ ਵਿੱਚ ਬਹੁਤ ਕੁਝ ਸਿੱਧਾ ਕਰਨ ਵਾਲਾ ਹੈ। ਨਿਮਾਣੀ ਜੀ ਕੋਸ਼ਿਸ਼ ਹੈ, ਜੇ ਸਤਿਗੁਰੂ ਸਾਡੀ ਕੋਸ਼ਿਸ਼ ਸਫਲ ਕਰ ਦੇਣ ਤਾਂ ਧਰਾਤਲ ਤੇ ਚੱਲ ਕੇ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਪਿੱਛੇ ਪਿੱਛੇ ਵੀ ਚੱਲ ਕੇ ਜਾਵਾਂਗੇ ਪਟਨਾ ਸਾਹਿਬ। ਅਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਚੱਲ ਕੇ ਉਹਨਾਂ ਦੇ ਪਿੱਛੇ ਪਿੱਛੇ ਜਾਵਾਂਗੇ ਪਟਨਾ ਸਾਹਿਬ। ਫਿਰ ਅਸੀਂ ਦਸ਼ਮੇਸ਼ ਪਿਤਾ ਦੇ ਮਗਰ ਮਗਰ ਚੱਲਦੇ ਹੋਏ ਪੰਜਾਬ ਨੂੰ ਆਵਾਂਗੇ ਪਟਨਾ ਸਾਹਿਬ ਤੋਂ। ਸਾਧ ਸੰਗਤ ਜੀ, ਇੰਨੀ ਬੇਨਤੀ ਕਬੂਲ ਕਰਿਓ, ਜਿੰਨਾ ਵੀ ਹੋ ਸਕਦਾ ਹੈ ਵੱਧ ਤੋਂ ਵੱਧ ਸਹਿਯੋਗ, ਸਹਾਇਤਾ, ਸਾਥ, ਅਸ਼ੀਸ਼ ਦੇਣ ਦੀ ਕੋਸ਼ਿਸ਼ ਕਰਿਓ। ਇੰਨੀ ਬੇਨਤੀ ਨਾਲ ਅਕਾਲ ਚੈਨਲ ਦਾ, ਅਕਾਲ ਇੰਟਰਨੈਟ ਕੈਫੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ
ਦਾਸ ਨੂੰ ਸੁਣਨ ਦੀ ਕਿਰਪਾ ਕੀਤੀ ਹੈ ਔਰ ਆਉਣ ਵਾਲੇ ਸਮੇਂ ਆਸ਼ੀਰਵਾਦ ਪ੍ਰਾਪਤ ਹੋਣ ਵਾਸਤੇ ਦਾਸ ਆਸ ਰੱਖਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਗੁਰੂ ਵਾਹ ਵਾਹ